ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਹੋ। ਨਿਤਨੇਮ ਦੀ ਬਾਣੀ ਦਾ ਪਾਠ ਉਪਰੰਤ ਗੁਰਬਾਣੀ ਕੀਰਤਨ ਆਪ ਜੀ ਸੁਣ ਰਹੇ ਸੀ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਸ਼ੁੱਕਰਵਾਰ ਵਾਲੇ ਦਿਨ ਭਗਤ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਸ਼ਲੋਕਾਂ ਦੇ ਰੂਪ ਵਿੱਚ ਦਰਜ ਹੈ, ਪ੍ਰਾਰੰਭ ਕੀਤੀ ਹੋਈ ਹੈ। ਸੋ ਪਿੱਛੇ ਆਪਾਂ ਉਹਨਾਂ ਦੇ 3 ਸ਼ਲੋਕ ਸਮਝ ਚੁੱਕੇ ਹਾਂ, ਜਿਨ੍ਹਾਂ ਵਿੱਚ ਭਗਤ ਜੀ ਨੇ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਕੀਤੀ ਹੈ। ਸ਼ੁਰੂ ਉਹਨਾਂ ਨੇ ਇੱਥੋਂ ਹੀ ਕੀਤਾ ਕਿ ਸਾਨੂੰ ਆਪਣੀ ਰਸਨਾ ਦੁਆਰਾ ਪ੍ਰਮਾਤਮਾ ਦੇ ਨਾਮ ਦਾ ਜਪ ਸਿਮਰਨ ਕਰਨਾ ਚਾਹੀਦਾ ਹੈ। ਫਿਰ ਉਹਨਾਂ ਨੇ ਆਖਿਆ ਸੀ ਕਿ ਕੋਈ ਕਿਸ ਜਾਤੀ ਵਿੱਚ ਪੈਦਾ ਹੋਇਆ ਹੈ, ਕਿਸ ਇਲਾਕੇ ਵਿੱਚ, ਕਿਸ ਮੁਲਕ ਵਿੱਚ ਪੈਦਾ ਹੋਇਆ ਹੈ, ਇਹਦੇ ਨਾਲ ਫਰਕ ਨਹੀਂ ਪੈਂਦਾ। ਜਿਸ ਵੀ ਕਿਸੇ ਮੁਲਕ ਵਿੱਚ, ਜਾਤੀ ਵਿੱਚ, ਬਰਾਦਰੀ ਵਿੱਚ ਰਹਿ ਕੇ ਸਿਮਰਨ ਕੀਤਾ ਹੈ ਪ੍ਰਭੂ ਦਾ, ਉਹ ਬਲਿਹਾਰ ਜਾਣ ਦੇ ਯੋਗ ਹੈ, ਸਦਕੇ ਜਾਣ ਦੇ ਯੋਗ ਹੈ। ਫਿਰ ਉਹਨਾਂ ਨੇ ਸਾਨੂੰ ਇਹ ਗੱਲ ਸਮਝਾਈ, ਅਸੀਂ ਜੀਵਨ ਦੇ ਵਿੱਚ ਹਮੇਸ਼ਾ ਡਾਵਾਂਡੋਲ ਸਥਿਤੀ ਵਿੱਚ ਗੁਜ਼ਰਦੇ ਹਾਂ। ਇਹ ਕਰੀਏ, ਇਹ ਨਾ ਕਰੀਏ, ਗੁਰਦੁਆਰੇ ਜਾਈਏ, ਨਾ ਜਾਈਏ, ਸਵੇਰੇ ਉੱਠ ਕੇ ਪਾਠ ਕਰੀਏ, ਨਾ ਕਰੀਏ। ਕੁਝ ਅਜਿਹੇ ਹਾਲਾਤ ਸਾਡੇ ਹਮੇਸ਼ਾ ਹੀ, ਜਿਸ ਨੂੰ ਗੁਰਬਾਣੀ ਵਿੱਚ ਦੁਬਿਧਾ ਆਖੀਦਾ ਹੈ, ਦੁਚਿੱਤਾ ਮਨ ਵਿੱਚ ਬਣਿਆ ਰਹਿੰਦਾ ਹੈ। ਕਬੀਰ ਸਾਹਿਬ ਨੇ ਸਾਨੂੰ ਸਮਝਾਇਆ ਸੀ ਕਿ ਇਸ ਗੱਲ ਤੋਂ ਉੱਚੇ ਉੱਠ ਜਾਓ, ਪਰਮਾਤਮਾ ਦੇ ਨਾਮ ਰਸ ਨੂੰ ਪੀਓ। ਇਸ ਡਾਵਾਂਡੋਲ ਵਾਲੀ ਹਾਲਤ ਵਿੱਚੋਂ ਉੱਚੇ ਉੱਠ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਕੇ ਨਾਮ ਰਸ ਦਾ ਆਨੰਦ ਮਾਣੋ। ਅੱਜ ਜੋ ਆਪਾਂ ਅਗਲੇ 3 ਸ਼ਲੋਕ ਸਮਝਣੇ ਨੇ, ਇਹਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਉਹਨਾਂ ਲੋਕਾਂ ਤੋਂ ਗੱਲ ਸ਼ੁਰੂ ਕੀਤੀ ਹੈ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ। ਭਾਵੇਂ ਉਹ ਵੇਖਣ ਨੂੰ ਕਿੰਨੇ ਸੁੰਦਰ ਹੋਣ, ਗੁਰਬਾਣੀ ਵਿੱਚ ਲਿਖਿਆ ਹੀ ਹੋਇਆ ਹੈ, ਸਾਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਭਗਤ ਕਬੀਰ ਸਾਹਿਬ ਸਾਨੂੰ ਕੁਝ ਇੱਥੇ ਇਸ ਤਰ੍ਹਾਂ ਦਾ ਹੀ ਸਮਝਾ ਰਹੇ ਨੇ ਕਿ ਜਿੰਨਾ ਮਰਜ਼ੀ ਸੋਹਣਾ ਕਿਸੇ ਨੇ ਹਾਰ ਸ਼ਿੰਗਾਰ ਕੀਤਾ ਹੋਵੇ, ਪਰ ਜੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ ਤੇ ਉਹ ਹਾਰ ਸ਼ਿੰਗਾਰ ਵਿਅਰਥ ਹੈ। ਫਿਰ ਸਾਨੂੰ ਗੁਣ ਰਵੈ ਦੀ ਤਾਕੀਦ ਕੀਤੀ ਹੈ ਕਿ ਸਾਨੂੰ ਹਮੇਸ਼ਾ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਰਹਿਣਾ ਚਾਹੀਦਾ ਹੈ, ਨਾਮ ਜਪਦੇ ਰਹਿਣਾ ਚਾਹੀਦਾ ਹੈ। ਤੇ ਇਹ ਗੱਲ ਸਮਝਾਈ ਹੈ ਕਿ ਨਾਮ ਜਪਣਾ ਇੰਨਾ ਆਸਾਨ ਨਹੀਂ, ਇਹ ਅਤੀ ਮੁਸ਼ਕਿਲ ਕਾਰਜ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਆਖਣੇ ਔਖਾ ਸਾਚਾ ਨਾਮ ਦੀ ਗੱਲ ਕੀਤੀ ਹੋਈ ਹੈ, ਪਰ ਕੋਈ ਵਿਰਲਾ ਇਨਸਾਨ ਜੋ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦਾ ਹੈ, ਉਹ ਫਿਰ ਜਿੱਧਰ ਵੀ ਵੇਖਦਾ ਉਸ ਪਾਸੇ ਹੀ ਉਹਨੂੰ ਪਰਮਾਤਮਾ ਨਜ਼ਰ ਆਉਂਦਾ ਹੈ। ਉਹਨੂੰ ਫਿਰ ਪਰਮਾਤਮਾ ਲੱਭਣ ਜਾਣ ਦੀ ਕਿਤੇ ਜ਼ਰੂਰਤ ਨਹੀਂ ਪੈਂਦੀ। ਅੱਖਾਂ ਬੰਦ ਕਰੇ ਪਰਮਾਤਮਾ ਅੰਦਰ ਨਜ਼ਰ ਆਉਂਦਾ ਹੈ, ਅੱਖਾਂ ਖੋਲ੍ਹੇ ਤੇ ਹਰ ਜੀਵ ਜੰਤੂ, ਹਰ ਪੇੜ ਪੌਦੇ ਵਿੱਚ
ਉਹ ਰੱਬੀ ਜੋਤ ਸਮਾਈ ਹੋਈ ਉਸ ਨੂੰ ਨਜ਼ਰ ਆਉਂਦੀ ਹੈ। ਜਿਹੜਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਲੱਗ ਪੈਂਦਾ ਹੈ ਮਨੁੱਖ, ਉਹਦੇ ਜਿਹੜੇ ਗਿਆਨ ਇੰਦਰੇ ਨੇ ਉਹ ਸਹਿਯੋਗੀ ਬਣ ਜਾਂਦੇ ਨੇ। ਸ਼ੁਰੂ ਵਿੱਚ ਜਦੋਂ ਆਪਾਂ ਪਰਮਾਤਮਾ ਦੇ ਨਾਮ ਦਾ ਜਪ ਕਰਨਾ ਸ਼ੁਰੂ ਕਰਦੇ ਹਾਂ, ਸਾਡੇ ਗਿਆਨ ਅੰਦਰੇ ਸਾਡੇ ਸਹਿਯੋਗੀ ਨਹੀਂ ਹੁੰਦੇ, ਸਗੋਂ ਉਸ ਦੇ ਉਲਟ ਕੰਮ ਕਰਦੇ ਨੇ। ਤੁਸੀਂ ਨਾਮ ਜਪਣ ਲਈ ਬੈਠੋਗੇ, ਮਨ ਕੁਝ ਹੋਰ ਆਖੇਗਾ, ਅੱਖਾਂ ਕੁਝ ਹੋਰ ਆਖਣਗੀਆਂ, ਕੰਨ ਕੁਝ ਹੋਰ ਸੁਣਨਾ ਚਾਹ ਰਹੇ ਹੋਣਗੇ, ਇਸੇ ਤਰ੍ਹਾਂ ਬਾਕੀ ਸਾਰੇ ਗਿਆਨ ਇੰਦਰੇ। ਸੋ ਭਗਤ ਜੀ ਆਖਦੇ ਨੇ, ਜਦੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਜਪ ਕਰਦਿਆਂ ਮਨੁੱਖ ਉਹਦੇ ਗੁਣਾਂ ਵਿੱਚ ਲੀਨ ਹੋਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਫਿਰ ਇਹਦੇ ਜਿਹੜੇ ਗਿਆਨ ਇੰਦਰੇ ਨੇ ਉਹ ਸਾਰੇ ਸਹਿਯੋਗੀ ਬਣ ਜਾਂਦੇ ਨੇ, ਉਹ ਇਹਦਾ ਸਾਥ ਦਿੰਦੇ ਨੇ ਫਿਰ ਨਾਮ ਜਪਣ ਵਿੱਚ। ਸੋ ਆਓ ਅਸੀਂ ਸ਼ਲੋਕ ਨੰਬਰ 4 ਵੇਖਦੇ ਹਾਂ, ਜਿਸ ਵਿੱਚ ਭਗਤ ਜੀ ਫਰਮਾ ਰਹੇ ਨੇ, ਕਬੀਰ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ। ਕੰਚਨ ਮੈਨੇ ਸੋਨਾ, ਕੁੰਡਲ ਮੈਨੇ ਜਿਹੜੇ ਬੀਬੀਆਂ ਕੰਨਾਂ ਵਿੱਚ ਕੁੰਡਲ ਪਾਉਂਦੀਆਂ ਨੇ, ਈਅਰ ਰਿੰਗ ਆਖ ਲਓ ਅੱਜ ਦੀ ਬੋਲੀ ਵਿੱਚ। ਉੱਪਰ ਲਾਲ ਜੜਾਓ, ਉਹ ਕੁੰਡਲ ਕੇਵਲ ਸੋਨੇ ਦੇ ਹੀ ਬਣੇ ਹੋਏ ਨਾ ਹੋਣ, ਸਗੋਂ ਉਹਨਾਂ ਦੇ ਉੱਤੇ ਹੀਰੇ ਲਾਲਾਂ ਦੀ ਜੜਤ ਕੀਤੀ ਹੋਈ ਹੋਵੇ। ਤੇ ਇਸ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਹਾਰ ਸ਼ਿੰਗਾਰ ਖੂਬ ਕੀਤਾ ਹੋਵੇ। ਤੇ ਹਾਰ ਸ਼ਿੰਗਾਰ ਕੌਣ ਕਰ ਸਕਦਾ? ਜਿਹੜੇ ਅਮੀਰ ਲੋਕ ਨੇ, ਗਰੀਬਾਂ ਨੇ ਕੀ ਹਾਰ ਸ਼ਿੰਗਾਰ ਕਰਨਾ ਹੈ? ਸੋ ਇਹਦਾ ਮਤਲਬ ਹੋ ਗਿਆ, ਮਨੁੱਖ ਭਾਵੇਂ ਬਹੁਤ ਅਮੀਰ ਹੋਵੇ, ਉਹਦੇ ਕੋਲ ਬਹੁਤ ਸਾਰਾ ਧਨ ਪਦਾਰਥ ਹੋਵੇ, ਤੇ ਉਹਨੇ ਬਹੁਤ ਸੋਹਣਾ ਹਾਰ ਸ਼ਿੰਗਾਰ ਵੀ ਕੀਤਾ ਹੋਇਆ ਹੋਵੇ। ਆਖਦੇ ਨੇ ਕਬੀਰ ਸਾਹਿਬ, ਉਹ ਲੋਕ ਦੀਸਹਿ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ। ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਨਹੀਂ ਵਸਿਆ, ਭਾਵੇਂ ਉਹ ਕਿੰਨੇ ਅਮੀਰ ਹੋਣ, ਕਿੰਨਾ ਸੁੰਦਰ ਹਾਰ ਸ਼ਿੰਗਾਰ ਕੀਤਾ ਹੋਵੇ, ਉਹ ਇਸ ਤਰ੍ਹਾਂ ਨੇ ਜਿਵੇਂ ਸੜੇ ਹੋਏ ਕਾਨੇ। ਪੁਰਾਣੇ ਬਜ਼ੁਰਗਾਂ ਨੂੰ ਕਾਨਿਆਂ ਦਾ ਜ਼ਰੂਰ ਪਤਾ ਹੋਏਗਾ। ਜੰਗਲ ਵਿੱਚ ਅੱਗ ਲੱਗ ਜਾਏ, ਕਾਨਿਆਂ ਦੇ ਜੰਗਲ ਨੂੰ, ਕਾਨੇ ਸੜ ਜਾਣ ਤੇ ਉਹਨਾਂ ਦੀ ਚਮਕ ਕਈ ਗੁਣਾ ਵੱਧ ਜਾਂਦੀ ਹੈ। ਜਦੋਂ ਸੜੇ ਹੋਏ ਕਾਨੇ ਉੱਤੇ ਨੂੰ ਖੜੇ ਹੁੰਦੇ ਨੇ, ਸਵੇਰੇ ਸੂਰਜ ਨਿਕਲਦਾ ਹੋਵੇ ਤੇ ਇਉਂ ਲੱਗਦਾ ਜਿਵੇਂ ਗੋਲਡਨ ਚਮਕਦਾ, ਜਿਵੇਂ ਸੋਨਾ ਚਮਕਦਾ ਹੈ, ਇੰਨੀ ਚਮਕ ਹੁੰਦੀ ਉਹਨਾਂ ਸੜੇ ਹੋਏ ਕਾਨਿਆਂ ਵਿੱਚ। ਭਗਤ ਕਬੀਰ ਸਾਹਿਬ ਉਹਦੇ ਨਾਲ ਤੁਲਨਾ ਕਰਦੇ ਨੇ ਉਹਨਾਂ ਲੋਕਾਂ ਦੀ। ਕਾਨੇ ਜਦੋਂ ਸੜ ਜਾਂਦੇ ਨੇ, ਬਾਰ-ਬਾਰ ਉੱਤੇ ਤਾਂ ਚਮਕ ਕੇ, ਪਰ ਅੰਦਰ ਹੁਣ ਰਾਖ ਹੀ ਰਹਿ ਗਈ, ਹੋਰ ਕੁਝ ਵੀ ਨਹੀਂ। ਉਹ ਲੋਕ ਜਿਹੜੇ ਬਾਹਰੋਂ ਤੇ ਬੜਾ ਸੋਹਣਾ ਹਾਰ ਸ਼ਿੰਗਾਰ ਕੀਤਾ ਹੋਇਆ ਹੈ, ਪਰ ਅੰਦਰ ਪਰਮਾਤਮਾ ਦਾ ਨਾਮ ਨਹੀਂ ਟਿਕਿਆ ਹੋਇਆ, ਉਹ ਮਾਨੋ ਉਹਨਾਂ ਕਾਨਿਆਂ ਦੀ ਤਰ੍ਹਾਂ ਨੇ ਜਿਹੜੇ ਸੜ ਗਏ ਨੇ। ਇਸ ਤੋਂ ਭਾਵ ਹੈ ਕਿ ਉੱਤੋਂ ਤੇ ਵੇਖਣ ਨੂੰ ਸੋਹਣੇ ਲੱਗਦੇ ਨੇ, ਪਰ ਅੰਦਰ ਵਿਕਾਰਾਂ ਦੀ ਕਾਲਖ ਹੀ ਭਰੀ ਹੋਈ ਹੈ। ਇਸ ਦਾ ਮਤਲਬ ਇਹ ਹੈ। ਸੋ ਜਦੋਂ ਆਪਾਂ ਗੁਰਬਾਣੀ ਦਾ ਅਧਿਐਨ ਕਰਦੇ ਹਾਂ, ਇੱਥੇ ਤੇ ਕਬੀਰ ਸਾਹਿਬ ਨੇ ਆਖਿਆ ਨਾ, ਦੀਸੈ ਦਾਦੇ ਕਾਨ, ਜਿਉਂ ਸੜੇ ਹੋਏ ਕਾਨਿਆਂ ਦੀ ਤਰ੍ਹਾਂ ਨਜ਼ਰ ਆਉਂਦੇ ਨੇ ਉਹ ਲੋਕ। ਪੰਜਵੇਂ ਪਾਤਸ਼ਾਹ ਆਖਦੇ ਨੇ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇ। ਪਰਮਾਤਮਾ ਤੇਰੇ ਨਾਮ ਤੋਂ ਬਿਨਾ ਜਿਹੜਾ ਸੰਸਾਰਿਕ ਵਸਤੂਆਂ ਪਦਾਰਥਾਂ ਨਾਲ, ਹਾਰ ਸ਼ਿੰਗਾਰ ਨਾਲ ਸਾਡਾ ਮੋਹ ਹੈ ਨਾ, ਇਹ ਫਿਟਕਾਰ ਯੋਗ ਹੈ। ਇਸ ਲਈ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣਾ ਨਾਮ ਦੇ, ਮੈਂ ਤੇਰੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਸਕਾਂ। ਹੁਣ ਦੱਸਦੇ ਨੇ, ਨਾਮ ਬਿਨਾ ਜੋ ਪਹਿਰੈ ਖਾਏ। ਪਰਮਾਤਮਾ ਦਾ ਨਾਮ ਤੇ ਮਨੁੱਖ ਅੰਦਰ ਜਪਦਾ ਨਹੀਂ, ਪਰ ਪਹਿਨ ਦਾ ਵੀ ਬਹੁਤ ਸੋਹਣਾ ਹੈ ਤੇ ਖਾਂਦਾ ਵੀ ਬਹੁਤ ਸੋਹਣਾ ਹੈ। ਉਸ ਦਾ ਪਹਿਨਣਾ ਤੇ ਖਾਣਾ ਕਿਸ ਤਰ੍ਹਾਂ ਦਾ ਏ? ਜਿਉਂ ਕੂਕਰ ਜੂਠਨ ਮਹਿ ਪਾਏ।
ਤੁਸੀਂ ਇਸ ਨੂੰ ਭਲੀ ਭਾਂਤ ਸਮਝਦੇ ਹੋਵੋਗੇ। ਮੈਂ ਸੰਖੇਪ ਵਿੱਚ ਕਹਿ ਸਕਦਾ ਕਿ ਜਿਵੇਂ ਕੂਕਰ ਮੈਨੇ ਕੁੱਤਾ ਝੂਠੇ ਭਾਂਡਿਆਂ ਵਿੱਚ ਝੂਠ ਵਿੱਚ ਮੂੰਹ ਮਾਰਦਾ ਹੋਵੇ, ਇਹੋ ਜੀ ਹਾਲਤ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਮਨੁੱਖ ਦੀ ਦੱਸੀ ਏ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ, ਪਰ ਉੱਤੋਂ ਖਾਂਦਾ ਵੀ ਬਹੁਤ ਸੋਹਣਾ ਹੈ ਤੇ ਪਹਿਨ ਦਾ ਵੀ ਬਹੁਤ ਸੋਹਣਾ ਹੈ। ਫਿਰ ਆਖਦੇ ਨੇ ਨਾਮ ਬਿਨਾ ਜੇਤਾ ਬਿਵਹਾਰ। ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਅਸੀਂ ਜ਼ਿੰਦਗੀ ਵਿੱਚ ਜਿੰਨਾ ਵੀ ਵਿਵਹਾਰ ਕਰਦੇ ਹਾਂ, ਇਹ ਕਿਸ ਤਰ੍ਹਾਂ ਦਾ ਏ? ਜਿਉਂ ਮਿਰਤਕ ਮਿਥਿਆ ਸ਼ਿੰਗਾਰ। ਭਗਤ ਜੀ ਨੇ ਆਖਿਆ ਕਬੀਰ, ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਓ। ਇੰਨਾ ਸੋਹਣਾ ਹਾਰ ਸ਼ਿੰਗਾਰ, ਜਿਉਂ ਮਿਰਤਕ ਮਿਥਿਆ ਸ਼ਿੰਗਾਰ। ਇਹ ਇਸ ਤਰ੍ਹਾਂ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ, ਜਿਵੇਂ ਕਿਸੇ ਡੈੱਡ ਬਾਡੀ ਦੇ ਉੱਤੇ ਆਪਾਂ ਹਾਰ ਸ਼ਿੰਗਾਰ ਕਰੀਏ, ਉਹਦੇ ਉੱਤੇ ਸੋਨੇ ਦੇ ਹਾਰ ਪਾਈਏ, ਫੁੱਲਾਂ ਦੇ ਹਾਰ ਪਾਈਏ, ਹੋਰ ਉਹਨੂੰ ਸਜਾ ਦਈਏ। ਮਿਰਤਕ ਤਾਂ ਹੁਣ ਮਿਰਤਕ ਹੈ, ਉਹ ਨਾ ਉੱਠ ਕੇ ਵੇਖੇਗਾ, ਨਾ ਉਹ ਬੋਲੇਗਾ। ਸਾਡਾ ਉਹਦੇ ਉੱਤੇ ਕੀਤਾ ਹੋਇਆ ਸ਼ਿੰਗਾਰ ਜਦੋਂ ਉਹਦੇ ਸਰੀਰ ਨੂੰ ਚੁੱਕ ਕੇ ਜਲਾ ਦਿਆਂਗੇ, ਉਹ ਕੀਤਾ ਹੋਇਆ ਸ਼ਿੰਗਾਰ ਵਿਅਰਥ ਚਲਾ ਜਾਏਗਾ। ਸੋ ਭਗਤ ਕਬੀਰ ਸਾਹਿਬ ਸਾਨੂੰ ਸ਼ਲੋਕ ਨੰਬਰ 4 ਵਿੱਚ ਅਸਲ ਵਿੱਚ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਮਨੁੱਖੀ ਮਨ ਵਿੱਚ ਵਿਕਾਰਾਂ ਦੀ ਕਾਲਖ ਹੀ ਰਹਿ ਜਾਂਦੀ ਹੈ, ਬਾਕੀ ਕੁਝ ਨਹੀਂ ਹੁੰਦਾ। ਇਸ ਲਈ ਸਾਨੂੰ ਮਾਲਕ ਦੇ ਨਾਮ ਸਿਮਰਨ ਵਿੱਚ ਜੁੜਨਾ ਚਾਹੀਦਾ ਹੈ। ਸ਼ਲੋਕ ਨੰਬਰ 5 ਜਿਸ ਵਿੱਚ ਆਪ ਜੀ ਫਰਮਾਉਂਦੇ ਨੇ, ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਇੱਕ ਅੱਧ ਪੰਜਾਬੀ ਦਾ ਮੁਹਾਵਰਾ ਹੀ ਏ, ਜਿਸ ਨੂੰ ਆਪਾਂ ਆਨੇ ਆ ਬਹੁਤ ਕਿਤੇ ਵਿਰਲੀ ਕੋਈ ਚੀਜ਼ ਹੋਵੇ ਤੇ ਇੱਕ ਅੱਧ ਵਰੀ, ਇੱਕ ਅੱਧ ਬੰਦਾ, ਇੱਕ ਅੱਧ ਚੀਜ਼, ਅਸੀਂ ਇਸ ਤਰ੍ਹਾਂ ਦੀ ਗੱਲ ਕਰ ਜਾਂਦੇ ਆ। ਸੋ ਇੱਥੇ ਇੱਕ ਅੱਧ ਤੋਂ ਭਾਵ ਹੈ ਕੋਈ ਵਿਰਲਾ, ਏਕ ਆਦ ਜੋ ਜੀਵਤ ਮਿਰਤਕ ਹੋਏ, ਜਿਹੜਾ ਜਿਉਂਦੇ ਜੀ ਮਿਰਤਕ ਹੋ ਜਾਏ। ਨਿਰਭੈ ਹੋਏ ਕੈ ਗੁਣ ਰਵੈ, ਜਤ ਪੇਖੋਂ ਤਤ ਸੋਏ। ਇਸ ਗੱਲ ਨੂੰ ਸਮਝਣ ਲਈ ਅਸੀਂ ਥੱਲੇ 2 ਕਬੀਰ ਜੀ ਦੀ ਬਾਣੀ ਵਿੱਚੋਂ ਜਿਹੜੇ ਪ੍ਰਮਾਣ ਨੇ ਉਹਨਾਂ ਨੂੰ ਸਮਝਾਂਗੇ, ਫਿਰ ਇਹ ਬੜਾ ਸਪਸ਼ਟ ਹੋ ਜਾਏਗਾ। ਸ਼ਲੋਕ ਨੰਬਰ 5 ਆਪ ਜੀ ਫਰਮਾਉਂਦੇ ਨੇ, ਤੇਰਾ ਜਨ ਏਕ ਆਦ ਕੋਈ। ਅਸੀਂ ਸਾਰੇ ਆਪਣੇ ਆਪ ਨੂੰ ਵੈਸੇ ਰੱਬ ਦੇ ਬੱਚੇ ਹੀ ਮੰਨਦੇ ਹਾਂ, ਅਸੀਂ ਸਾਰੇ ਰੱਬ ਦੇ ਪੁੱਤਰ ਹਾਂ, ਅਸੀਂ ਗੁਰੂ ਦੇ ਸਿੱਖ ਹਾਂ, ਇਸ ਤਰ੍ਹਾਂ ਦੇ ਬਚਨ ਆਪਾਂ ਆਮ ਕਰਕੇ ਹੀ ਕਰਦੇ ਹਾਂ। ਪਰ ਕਬੀਰ ਸਾਹਿਬ ਇਸ ਗੱਲ ਨੂੰ ਮੰਨਣ ਲਈ ਰਾਜੀ ਨਹੀਂ ਹਨ। ਉਹ ਕਹਿੰਦੇ ਨੇ ਇਸ ਤਰ੍ਹਾਂ ਆ ਕੇ ਬਹਿ ਜਾਣਾ, ਉੱਠ ਕੇ ਚਲੇ ਜਾਣਾ, ਧਰਮ ਦੀ ਦੁਨੀਆ ਵਿੱਚ ਪੈਰ ਰੱਖਣਾ, ਧਾਰਮਿਕ ਕਰਮ ਕਮਾਉਣੇ, ਇਹਦੇ ਨਾਲ ਰੱਬ ਦੇ ਜਨ ਨਹੀਂ ਬਣ ਜਾਈਦਾ। ਲੋਕਾਂ ਦੀ ਨਿਗਾਹ ਵਿੱਚ ਬੰਦਾ ਚੰਗਾ ਬਣ ਸਕਦਾ ਹੈ, ਲੋਕਾਂ ਦੀ ਨਿਗਾਹ ਵਿੱਚ ਉਹਨੂੰ ਸਤਿਕਾਰ ਹਾਸਲ ਹੋ ਸਕਦਾ ਹੈ, ਪਰ ਰੱਬ ਦੀ ਨਿਗਾਹ ਵਿੱਚ ਉਹ ਅਜੇ ਜਨ ਨਹੀਂ ਬਣਿਆ, ਹੋਰ ਕੁਝ ਹੋ ਸਕਦਾ ਹੈ। ਉਹ ਤੇਰਾ ਜਨ ਏਕ ਆਦ ਕੋਈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਲਿਖਿਆ, ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ। ਕੋਈ ਵਿਰਲਾ ਹੀ ਕਿਤੇ ਆਖਿਆ ਜਾਂਦਾ ਜਿਹੜਾ ਰੱਬ ਦਾ ਪਿਆਰਾ ਭਗਤ ਹੋਵੇ ਤੇ ਪ੍ਰਭੂ ਦੀ ਬੰਦਗੀ ਵਿੱਚ ਜੁੜਿਆ ਹੋਵੇ। ਕਿਹੋ ਜਿਹਾ ਇੱਕ ਅੱਧ ਕੋਈ ਵਿਰਲਾ ਮਨੁੱਖ, ਕਾਮ ਕ੍ਰੋਧ ਲੋਭ ਮੋਹ ਬਿਵਰਜਿਤ ਹਰ ਪਦ ਚੀਨੈ ਸੋਈ। ਜਿਸ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੋਇਆ ਹੈ ਅਤੇ ਉੱਚੀ ਆਤਮਿਕ ਅਵਸਥਾ ਚੌਥੀ ਪਦਵੀ ਨੂੰ ਉਸਨੇ ਪਹਿਚਾਨ ਲਿਆ ਹੈ ਜਾਂ ਪ੍ਰਾਪਤ ਕਰ ਲਿਆ ਹੈ, ਇਹੋ ਜਿਹਾ ਕੋਈ ਵਿਰਲਾ ਮਨੁੱਖ ਹੁੰਦਾ ਹੈ। ਕਬੀਰ ਐਸਾ ਏਕ ਆਦ। ਪੂਰੇ ਸੰਸਾਰ ਵਿੱਚ ਤੁਸੀਂ ਘੁੰਮਣ ਜਾਂ ਲੱਭਣ ਲਈ ਚਲੇ ਜਾਓ, ਤੁਹਾਨੂੰ ਇਹੋ ਜਿਹਾ ਬੰਦਾ ਸ਼ਾਇਦ ਹੀ ਕਿਤੇ ਲੱਭੇ ਜਿਹੜਾ 24 ਘੰਟੇ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜਿਆ ਹੋਵੇ, ਜਿਹੜਾ ਜਿਉਂਦੇ ਜੀ ਮਿਰਤਕ ਭਾਵ ਵਿੱਚ ਰਹਿੰਦਾ ਹੋਵੇ, ਜਿਸ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਤਿਆਗ ਕਰ ਦਿੱਤਾ ਹੋਵੇ ਤੇ ਚੌਥੀ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੋਵੇ। ਜਿਸ ਨੇ
दूसरा प्रमाण आखदे ने भगत जी, जीवत मरै मरै फुन जीवै, ऐसे सुन समाया। ਇਹੋ ਜਿਹਾ ਮਨੁੱਖ ਜੋ ਜੀਵਤ ਮ੍ਰਿਤਕ ਹੋਏ, ਉਹ ਕੀ ਕਰੇ? ਜੀਵਤ ਮਰੈ ਮਰੈ, ਜਿਉਂਦੇ ਜੀ ਵਿਕਾਰਾਂ ਵੱਲੋਂ ਮਰ ਜਾਣਾ। ਜਿਉਂਦੇ ਜੀ ਦੁਨਿਆਵੀ ਖਾਹਿਸ਼ਾਂ, ਦੁਨਿਆਵੀ ਆਸ਼ਾਵਾਂ ਵੱਲੋਂ ਮਰ ਜਾਣਾ। ਜਿਉਂਦੇ ਜੀ ਆਪਣੇ ਆਪ ਨੂੰ ਇਸ ਪੂਰੀ ਦੁਨੀਆ ਤੋਂ ਉਪਰਾਮ ਮਹਿਸੂਸ ਕਰਨਾ। ਇੱਥੇ ਮੇਰਾ ਕੋਈ ਨਹੀਂ, ਇਸ ਸੰਸਾਰ ਦੇ ਅੰਦਰ ਐਸੀ ਭਾਵਨਾ ਬਣ ਜਾਣੀ। ਪਰ ਇਹ ਨਾ ਸੋਚਣਾ ਕਿ ਗੁਰੂ ਜੀ ਸਾਨੂੰ ਕਿਤੇ ਘਰ-ਬਾਰ ਛੱਡ ਕੇ ਦੌੜਨ ਦੀ ਗੱਲ ਸਿਖਾ ਰਹੇ ਨੇ। ਨਹੀਂ, ਸਗੋਂ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਕੰਮ ਧੰਦਾ ਕਰਦਿਆਂ ਹੋਇਆਂ ਜਿਉਂਦੇ ਭਾਅ ਤੋਂ ਮਰ ਜਾਣਾ। ਜੀਵਤ ਮਰੈ ਮਰੈ ਫੁਨ ਜੀਵੈ, ਪਰਮਾਤਮਾ ਦੇ ਨਾਮ ਵਿੱਚ ਜੀ ਉੱਠੇ, ਐਸੇ ਸੁਨ ਸਮਾਇਆ। ਇਸ ਢੰਗ ਦੇ ਨਾਲ ਉਹ ਮਨੁੱਖ, ਸੁਨ ਦਾ ਮਤਲਬ ਹੁੰਦਾ ਸ਼ੂਨਿਆ। ਸ਼ੂਨਿਆ ਤੋਂ ਥੱਲੇ ਵੀ ਕੋਈ ਚੀਜ਼ ਹੋ ਸਕਦੀ ਹੈ। ਜਦੋਂ ਅਸੀਂ ਮਾਈਨਸ ਜਾਂਦੇ ਹਾਂ, ਜ਼ੀਰੋ ਤੋਂ ਥੱਲੇ, ਤੇ ਉਹ ਸ਼ੂਨਿਆ ਤੋਂ ਥੱਲੇ ਹੋ ਜਾਂਦਾ ਹੈ। ਪਰ ਇਸ ਸੁਨ ਦੇ ਇੱਕ ਵੱਖਰੇ ਅਰਥ ਹੁੰਦੇ ਨੇ। ਉਹ ਹੁੰਦੇ ਨੇ ਫੁਰਨੇ ਤੋਂ ਰਹਿਤ ਅਵਸਥਾ। ਫੁਰਨੇ ਤੋਂ ਰਹਿਤ ਅਵਸਥਾ ਵਿੱਚ ਸੁਨ ਮੈਨੇ ਫੁਰਨੇ ਤੋਂ ਰਹਿਤ ਅਵਸਥਾ ਵਿੱਚ ਸਮਾ ਜਾਣਾ। ਅੰਜਨ ਮਾਹੇ ਨਿਰੰਜਨ ਰਹੀਐ, ਬਹੁੜ ਨਾ ਭਵਜਲ ਪਾਇਆ। ਇਹੋ ਜਿਹਾ ਮਨੁੱਖ ਅੰਜਨ ਮੈਨੇ ਸੰਸਾਰ, ਕਾਲਖ ਹੁੰਦਾ ਵੈਸੇ ਇਹ ਸੰਸਾਰ ਕੱਜਲ ਕੀ ਕੋਠਰੀ, ਕਬੀਰ ਸਾਹਿਬ ਨੇ ਲਿਖਿਆ ਹੋਇਆ ਹੈ, ਇਸ ਲਈ ਇੱਥੇ ਇਸ ਨੂੰ ਕਾਲਖ ਬੋਲਿਆ ਗਿਆ ਹੈ। ਵਿਕਾਰਾਂ ਦੀ ਮੈਲ ਹਰ ਪਾਸੇ ਭਰੀ ਪਈ ਏ। ਅੰਜਨ ਮਾਹੇ, ਇਸ ਮੈਲ ਭਰੇ, ਕਾਲਖ ਭਰੇ, ਵਿਕਾਰਾਂ ਭਰੇ ਸੰਸਾਰ ਵਿੱਚ ਰਹਿੰਦਾ ਹੋਇਆ ਨਿਰੰਜਨ ਰਹੀਏ, ਮੈਲ ਤੋਂ ਉੱਚੇ ਉੱਠ ਕੇ ਰਹੀਏ, ਵਿਕਾਰਾਂ ਤੋਂ ਬਚ ਕੇ ਰਹੀਏ। ਜਿਹੜਾ ਮਨੁੱਖ ਇਸ ਢੰਗ ਨਾਲ ਜਿਉਂਦਾ, ਬਹੁੜ ਨਾ ਭਵਜਲ ਪਾਇਆ। ਭਵਜਲ ਦਾ ਮਤਲਬ ਹੁੰਦਾ, ਤੁਸੀਂ ਕਦੀ ਸਮੁੰਦਰ ਵਿੱਚ ਜਾਂ ਵੱਡੇ ਦਰਿਆਵਾਂ ਵਿੱਚ ਪੈਂਦੀਆਂ ਹੋਈਆਂ ਘੁੰਮਣ ਘੇਰੀਆਂ ਵੇਖੀਆਂ ਹੋਣਗੀਆਂ। ਉਹ ਜਿਹੜੀਆਂ ਵੱਡੀਆਂ ਵੱਡੀਆਂ ਘੁੰਮਣ ਘੇਰੀਆਂ ਕਈ ਵਾਰੀ ਵੱਡੇ ਵੱਡੇ ਬੇੜਿਆਂ ਨੂੰ ਉਹ ਥੱਲੇ ਗਰਕ ਕਰ ਲੈਂਦੀਆਂ ਨੇ। ਇੰਨਾ ਵੱਡਾ ਜ਼ਬਰਦਸਤ ਉਹਦਾ ਬਲ ਹੁੰਦਾ ਹੈ, ਉਹ ਥੱਲੇ ਨੂੰ ਖਿੱਚ ਕੇ ਲੈ ਜਾਂਦੀ ਹਰ ਚੀਜ਼ ਨੂੰ। ਅਸਲ ਵਿੱਚ ਸੰਸਾਰ ਦੀ ਤੁਲਨਾ ਉਸ ਘੁੰਮਣ ਘੇਰੀ ਨਾਲ ਕੀਤੀ ਗਈ ਹੈ। ਜਿਹੜਾ ਵੀ ਮਨੁੱਖ ਉਸ ਘੁੰਮਣ ਘੇਰੀ ਵਿੱਚ ਚਲਾ ਜਾਏ, ਉਹ ਘੁੰਮਣ ਘੇਰੀ ਉਸ ਨੂੰ ਥੱਲੇ ਹੀ ਖਿੱਚ ਕੇ ਲੈ ਜਾਂਦੀ। ਫਿਰ ਉੱਤੇ ਆਉਣਾ ਮੁਸ਼ਕਿਲ ਹੀ ਗੱਲ ਹੈ, ਕੋਈ ਭਾਗਾਂ ਵਾਲਾ ਹੀ ਬਚਦਾ ਹੈ। ਇਹ ਸੰਸਾਰ ਬਿਲਕੁਲ ਉਸੇ ਤਰ੍ਹਾਂ ਦਾ, ਇਹ ਐਸੀ ਇੱਕ ਘੁੰਮਣ ਘੇਰੀ ਹੈ। ਜਿਹੜਾ ਵੀ ਇਸ ਘੁੰਮਣ ਘੇਰੀ ਵਿੱਚ ਫਸ ਗਿਆ, ਉਹਦਾ ਇਹਦੇ ਵਿੱਚੋਂ ਨਿਕਲਣਾ ਫਿਰ ਰੱਬ ਹੀ ਬਚਾ ਕੇ ਕੱਢ ਲਵੇ ਤੇ ਕੱਢ ਲਵੇ, ਨਹੀਂ ਤੇ ਅਤੀ ਮੁਸ਼ਕਿਲ ਹੈ। ਬਹੁੜ ਨਾ ਭਵਜਲ ਪਾਇਆ, ਉਹ ਮਨੁੱਖ ਨੂੰ ਫਿਰ ਦੁਬਾਰਾ ਇਸ ਭਵਜਲ ਦੇ ਗੇੜ ਵਿੱਚ, ਇਸ ਘੁੰਮਣ ਘੇਰੀ ਵਿੱਚ ਨਹੀਂ ਪਾਇਆ ਜਾਂਦਾ। ਕਿਹੜੇ ਮਨੁੱਖ ਨੂੰ? ਜੀਵਤ ਮਰੈ ਮਰੈ ਫੁਨ ਜੀਵੈ, ਜਿਹੜਾ ਜਿਉਂਦੇ ਜੀ ਵਿਕਾਰਾਂ ਵੱਲੋਂ, ਖਾਹਿਸ਼ਾਂ ਵੱਲੋਂ, ਆਸ਼ਾਵਾਂ ਵੱਲੋਂ ਆਪਣੇ ਆਪ ਨੂੰ ਨਿਰਲੇਪ ਕਰ ਲਵੇ ਤੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜ ਕੇ ਫੁਰਨਾ ਰਹਿਤ ਜ਼ਿੰਦਗੀ ਜੀਵੇ। ਸੋ ਭਗਤ ਜੀ ਇੱਥੇ ਕੀ ਆਖਦੇ ਨੇ ਕਬੀਰ? ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ। ਇਸ ਤਰ੍ਹਾਂ ਦੇ ਸਾਰੇ ਲੋਕ ਨਹੀਂ ਹੋ ਜਾਂਦੇ, ਸਗੋਂ ਕੋਈ ਵਿਰਲਾ ਇੱਕ ਅੱਧ ਮਨੁੱਖ ਜਿਹੜਾ ਜਿਉਂਦੇ ਜੀ ਇਸ ਮ੍ਰਿਤਕ ਦੀ ਭਾਵਨਾ ਵਿੱਚ ਚਲਾ ਜਾਂਦਾ ਹੈ। ਉਹਦੇ ਬਾਰੇ ਹੁਣ ਗੱਲ ਕਰਦੇ ਨੇ। ਨਿਰਭੈ ਹੋਏ ਕੈ ਗੁਣ ਰਵੈ, ਉਹ ਸਾਰੇ ਡਰ, ਦੁਨਿਆਵੀ ਡਰਾਂ ਨੂੰ ਉਤਾਰ ਦਿੰਦਾ ਹੈ। ਨਿਰਭਉ ਹੋ ਕੇ ਜਿਉਂਦਾ ਹੈ, ਤੇ ਜਿਉਣ ਤੋਂ ਭਾਵ ਇੱਥੇ ਹੈ ਗੁਣ ਰਵੈ। ਗੁਣ ਰਵੈ ਤੋਂ ਭਾਵ ਹੈ ਸਿਮਰਨ ਕਰਨਾ, ਨਾਮ ਦਾ ਜਪ ਕਰਨਾ। ਜਦੋਂ ਮਨੁੱਖ ਇਹੋ ਜਿਹੀ ਅਵਸਥਾ ਵਿੱਚ ਚਲਾ ਜਾਂਦਾ ਹੈ, ਉਹ ਨਿਰਭਉ ਹੋ ਕੇ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਜਾਂਦਾ ਹੈ। ਉਹ ਆਪਣੇ ਆਪ ਨੂੰ ਜਿਉਂਦਿਆਂ ਹੋਇਆਂ ਅਹਮ ਤੋਂ ਵੱਖਰਾ ਕਰ ਲੈਂਦਾ ਹੈ। ਜਤ ਪੇਖੋ ਤਤ ਸੋਏ, ਫਿਰ ਉਹ ਜਿੱਧਰ ਨੂੰ ਵੇਖਦਾ ਹੈ ਉਸ ਪਾਸੇ ਉਸ ਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ, ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਭਾਵ
ਸਭ ਜੀ ਜੰਤੂਆਂ ਵਿੱਚ ਉਹ ਪਰਮਾਤਮਾ ਹੀ ਰਮਿਆ ਹੋਇਆ ਉਸ ਨੂੰ ਨਜ਼ਰ ਆਉਂਦਾ ਹੈ। ਇਹ ਅਵਸਥਾ ਹੈ ਭਗਤ ਕਬੀਰ ਸਾਹਿਬ ਜੀ ਦੀ, ਜੋ ਸਾਡੇ ਨਾਲ ਉਹ ਸਾਂਝੀ ਕਰ ਰਹੇ ਹਨ। ਸੋ ਸ਼ਲੋਕ ਨੰਬਰ 5 ਵਿੱਚ ਪਰਮਾਤਮਾ ਦੇ ਗੁਣਾਂ ਵਿੱਚ ਰਮਨ ਦੀ ਗੱਲ ਕੀਤੀ ਗਈ, ਭਾਵ ਨਾਮ ਜਪਣ ਸਿਮਰਨ ਕਰਨ ਦੀ ਗੱਲ ਕੀਤੀ ਗਈ ਨਿਰਭਉ ਹੋ ਕੇ। ਸ਼ਲੋਕ ਨੰਬਰ 6 ਵਿੱਚ ਆਖਦੇ ਨੇ, ਕਬੀਰ ਜਾ ਦਿਨ ਹਉ ਮੂਆ, ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਜਾ ਦਿਨ ਤੋਂ ਭਾਵੇ ਜਿਸ ਦਿਨ, ਹਉ ਮੂਆ ਮੈਂ ਮਰ ਗਿਆ, ਮੈਂ ਮਰ ਗਏ ਤੋਂ ਭਾਵੇ ਮੇਰਾ ਅਹਮ ਖਤਮ ਹੋ ਗਿਆ, ਮੇਰੀ ਹਉਮੈ ਖਤਮ ਹੋ ਗਈ। ਜਿੱਥੇ ਜਾ ਕੇ ਕਬੀਰ ਸਾਹਿਬ ਆਖਦੇ ਨੇ ਨਾ ਵੀ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਉਹ ਜਿੱਥੇ ਮੇਰੇ ਵਿੱਚ ਹਉਮੈ ਨਹੀਂ ਰਹਿੰਦੀ, ਮੇਰੇ ਵਿੱਚ ਮੇਰਾਪਨ ਨਹੀਂ ਰਹਿੰਦਾ, ਉਸ ਅਵਸਥਾ ਵਿੱਚ ਜਿਸ ਦਿਨ ਕੋਈ ਮਨੁੱਖ ਪੁੱਜ ਗਿਆ, ਪਾਛੈ ਭਇਆ ਆਨੰਦ, ਉਸ ਦਿਨ ਤੋਂ ਬਾਅਦ ਫਿਰ ਜਿਹੜੀ ਬਾਕੀ ਦੀ ਜ਼ਿੰਦਗੀ ਹੁੰਦੀ ਏ ਉਹ ਸਾਰੀ ਆਨੰਦਮਈ ਹੁੰਦੀ ਏ। ਜਿਸ ਦਿਨ ਅਹਮ ਮਰ ਜਾਏ, ਮੈਂ ਖਤਮ ਹੋ ਜਾਏ, ਤੂੰ ਦੀ ਭਾਵਨਾ ਬੰਦੇ ਦੇ ਮਨ ਵਿੱਚ ਆ ਕੇ ਵਸ ਜਾਏ, ਉਸ ਦਿਨ ਤੋਂ ਬਾਅਦ ਵਾਲਾ ਜਿਹੜਾ ਜੀਵਨ ਏ ਉਹ ਆਨੰਦਮਈ ਜੀਵਨ ਹੁੰਦਾ ਹੈ। ਹੁੰਦਾ ਕੀ ਏ, ਜਿਸ ਦਿਨ ਅਹਮ ਮਿਟੇਗੀ ਉਸ ਦਿਨ ਤੂੰ ਸਾਹਮਣੇ ਖਲੋਤਾ ਹੋਏਗਾ, ਮੋਹੇ ਮਿਲਿਓ ਪ੍ਰਭ ਆਪਣਾ। ਉਸ ਦਿਨ ਪਰਮਾਤਮਾ ਨੂੰ ਲੱਭਣ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਜਿਵੇਂ ਸਿੱਧ ਲੋਕ, ਜੋਗੀ ਲੋਕ ਘਰ-ਬਾਰ ਛੱਡ ਕੇ ਜੰਗਲਾਂ ਬੀਆਬਾਨਾਂ ਵਿੱਚ ਵਿਚਰਦੇ ਰਹੇ, ਕਾਹਦੇ ਲਈ? ਪਰਮਾਤਮਾ ਨੂੰ ਲੱਭਣ ਲਈ। ਫਰੀਦ ਜੀ ਕੀ ਆਖਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਪਰਮਾਤਮਾ ਤੇਰੇ ਹਿਰਦੇ ਵਿੱਚ ਵਸਦਾ ਹੈ, ਤੂੰ ਜੰਗਲਾਂ ਵਿੱਚ ਕਿਉਂ ਭੌਂਦਾ ਫਿਰਦਾ ਹੈ? ਸੋ ਮੋਹੇ ਮਿਲਿਓ ਪ੍ਰਭ ਆਪਣਾ, ਆਪਣਾ ਪ੍ਰਭੂ ਜਦੋਂ ਜਿਵੇਂ ਹੀ ਜਿਸ ਦਿਨ ਅਹਮ ਖਤਮ ਹੋਏਗੀ, ਪਰਮਾਤਮਾ ਸਾਹਮਣੇ ਖਲੋਤਾ ਹੋਏਗਾ। ਅਤੇ ਸੰਗੀ ਭਜੈ ਗੋਬਿੰਦ, ਸੰਗੀ ਸਾਥੀ ਵੀ ਭਾਵ ਮੇਰੇ ਗਿਆਨ ਇੰਦਰੇ ਵੀ ਪਰਮਾਤਮਾ ਦੇ ਨਾਮ ਨੂੰ ਭਜਣਗੇ, ਭਾਵ ਉਹਦੇ ਨਾਮ ਦਾ ਸਿਮਰਨ ਕਰਨਗੇ, ਜਿਸ ਤੋਂ ਭਾਵ ਹੈ ਕਿ ਮੇਰੇ ਹੋਣੇ ਸਹਿਯੋਗੀ ਬਣ ਜਾਣਗੇ। ਨਾਮ ਸਿਮਰਨ ਕਰਨ ਵਿੱਚ ਮੇਰੇ ਲਈ ਇਹ ਕੋਈ ਅੜਚਨ ਨਹੀਂ ਖੜੀ ਕਰਨਗੇ। ਇੱਥੇ ਸ਼ਬਦ ਤੁਸੀਂ ਗੋਬਿੰਦ ਵੇਖਦੇ ਹੋ, ਗੱਗੇ ਨੂੰ 2 ਮਾਤਰਾਂ ਲੱਗੀਆਂ ਹੋਈਆਂ ਨੇ, ਉੱਤੇ ਹੋੜਾ ਲੱਗਿਆ ਹੋਇਆ ਹੈ, ਥੱਲੇ ਔਂਕੜ ਲੱਗੀ ਹੋਈ ਹੈ। ਇਸ ਦਾ ਇੱਕ ਨਿਯਮ ਹੈ ਵਿਆਕਰਨ ਦਾ ਛੋਟਾ ਜਿਹਾ, ਕਿ ਜਿਹੜੀ ਅਸਲੀ ਮਾਤਰਾ ਹੁੰਦੀ ਏ ਉਹ ਮਾਤਰਾ ਨਹੀਂ ਬੋਲੀ ਜਾਂਦੀ, ਜਿਹੜੀ ਥੱਲੇ ਨਕਲੀ ਜਾਂ ਡੁਪਲੀਕੇਟ ਮਾਤਰਾ ਲਾਈ ਜਾਂਦੀ ਏ ਉਸ ਦਾ ਉਚਾਰਨ ਕੀਤਾ ਜਾਂਦਾ ਹੈ। ਇਹ ਸ਼ਬਦ ਦੀ ਗਾਇਕੀ ਦੇ ਸੰਬੰਧ ਵਿੱਚ ਇੱਕ ਮਾਤਰਾ ਨੂੰ ਘੱਟ ਕਰਨ ਲਈ ਇਹ ਸਿਲਸਿਲਾ ਵਰਤਿਆ ਜਾਂਦਾ ਹੈ। ਸੋ ਇਹਨੂੰ ਗੋਬਿੰਦ ਦੀ ਬਜਾਏ ਇਹਦੀ ਇੱਕ ਮਾਤਰਾ ਘੱਟ ਕਰਕੇ ਗੋਬਿੰਦ ਉਚਾਰਨ ਹੈ। ਸੋ ਇਹ ਵਿਆਕਰਨ ਦਾ ਇੱਕ ਛੋਟਾ ਜਿਹਾ ਨਿਯਮ ਹੈ। ਥੱਲੇ ਪਹਿਲੇ ਪਾਤਸ਼ਾਹ ਦਾ ਇੱਕ ਛੋਟਾ ਜਿਹਾ ਬਚਨ ਵਿਚਾਰ ਕੇ ਮੈਂ ਫਤਿਹ ਬੁਲਾ ਦੇਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਆਖਦੇ ਨੇ, ਹਉਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇਂ ਹਉ ਨਾਹੀਂ। ਇਹਨਾਂ ਦੋਹਾਂ ਵਿੱਚੋਂ ਇੱਕ ਚੀਜ਼ ਸਾਡੇ ਕੋਲ ਰਵੇਗੀ, ਜਿਹੜੀ ਤੁਸੀਂ ਜਾਂ ਆਪਾਂ ਰੱਖਣੀ ਚਾਹੀਏ ਉਹ ਰੱਖ ਲਈਏ, ਦੂਜੀ ਆਪਣੇ ਆਪ ਚਲੀ ਜਾਏਗੀ, ਉਹਨੂੰ ਸੱਦਣ ਦੀ ਜ਼ਰੂਰਤ ਨਹੀਂ ਪਏਗੀ। ਜਾਂ ਦਿਨ ਹਉ ਮੂਆ, ਹਉਮੈ ਕਰੀ ਤਾਂ ਤੂੰ ਨਾਹੀਂ। ਜਦੋਂ ਤੱਕ ਮੈਂ ਆਪਨੱਤ ਦੀ ਗੱਲ ਕਰਦਾ, ਮੈਂ ਦੀ ਗੱਲ ਕਰਦਾ, ਮੇਰੀ ਦੀ ਗੱਲ ਕਰਦਾ, ਉਦੋਂ ਤੱਕ ਪਰਮਾਤਮਾ ਨਹੀਂ ਹੁੰਦਾ। ਤੂੰ ਹੋਵੇਂ ਹਉ ਨਾਹੀਂ, ਜਦੋਂ ਤੂੰ ਹੁੰਦਾ ਏ ਉਦੋਂ ਇਹ ਹਉ ਮਿਟ ਜਾਂਦੀ ਏ। ਤੇ ਸਤਿਗੁਰੂ ਆਖਦੇ ਨੇ, ਬੂਝੋ ਗਿਆਨੀ ਬੂਝਣਾ, ਇਹ ਅਕਥ ਕਥਾ ਮਨ ਮਾਹੇ। ਇਹ ਕਥਾ ਅਕਥਨੀय ਹੈ। ਕਿਹੜੀ ਕਥਾ? ਹਉ ਦੀ ਤੇ ਤੂੰ ਦੀ। ਇਹਨਾਂ ਦੋਵਾਂ ਚੋਂ ਇੱਕ ਚੀਜ਼ ਰਹੇਗੀ। ਹੈਗੀਆਂ ਇਹ ਦੋਵੇਂ ਹੀ ਨੇ, ਤੂੰ ਵੀ ਇੱਥੇ ਹੀ ਏ ਤੇ ਹਉ ਵੀ ਇੱਥੇ ਹੀ ਏ।
ਜਿੰਨਾ ਚਿਰ ਹਉ ਹੈ ਉਨਾ ਚਿਰ ਤੂੰ ਪਰੇ ਰਹਿੰਦਾ ਹੈ, ਜਿੱਦਣ ਤੂੰ ਹੋ ਜਾਂਦਾ ਉਦਣ ਹਉ ਪਰੇ ਹੋ ਜਾਂਦੀ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਇਸ ਲਈ ਗੁਰੂ ਸਾਹਿਬ ਨੇ ਇਸ ਨੂੰ ਅਕਥ ਕਥਾ ਆਖਿਆ ਹੈ। ਬੁੱਝੋ ਗਿਆਨੀ ਹੈ, ਗਿਆਨਵਾਨ ਲੋਕੋ, ਇਸ ਕਥਾ ਨੂੰ ਜਾਣੋ, ਇਸ ਨੂੰ ਸਮਝੋ ਮਨ ਵਿੱਚ। ਪਰ ਇੱਕ ਗੱਲ ਗੁਰੂ ਸਾਹਿਬ ਆਖਦੇ ਨੇ, ਬਿਨ ਗੁਰ ਤਤ ਨਾ ਪਾਈਐ, ਅਲਖ ਵਸੈ ਸਭ ਮਾਹੇ। ਇਸ ਅਕਥ ਕਥਾ ਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਆਉਂਦੀ। ਗੁਰੂ ਸਾਹਿਬ ਦੱਸਦੇ ਨੇ ਕਿ ਉਹ ਅਲਖ ਜੋ ਨਾਂ ਲਖਿਆ ਜਾਣ ਵਾਲਾ ਹੈ ਪਰਮਾਤਮਾ, ਉਹ ਸਾਰਿਆਂ ਵਿੱਚ ਵਸਦਾ ਹੈ। ਪਰ ਹੁਣ ਸਾਨੂੰ ਸਾਡੇ ਅੰਦਰੋਂ ਨਜ਼ਰ ਕਿਉਂ ਨਹੀਂ ਆ ਰਿਹਾ? ਇੱਕੋ ਹੀ ਕਾਰਨ ਹੈ, ਹਉਮੈ ਦੀ ਵਿੱਚ ਦੀਵਾਰ ਖੜੀ ਹੈ। ਇਹ ਹਉਮੈ ਦੀ ਦੀਵਾਰ ਜਿੰਨਾ ਚਿਰ ਨਹੀਂ ਟੁੱਟਦੀ ਉਹਨਾਂ ਚਿਰ ਇਹ ਜਿਹੜਾ ਵਿਚਕਾਰ ਸਾਡੇ ਪਰਦਾ ਹੈ ਹਉਮੈ ਵਾਲਾ, ਇਹ ਸਾਨੂੰ ਪਰਮਾਤਮਾ ਦਾ ਦੀਦਾਰ ਨਹੀਂ ਹੋਣ ਦਿੰਦਾ। ਜਿਸ ਦਿਨ ਇਹ ਹਉਮੈ ਦੀ ਦੀਵਾਰ ਟੁੱਟੇਗੀ ਉਸੇ ਦਿਨ ਸਾਹਮਣੇ ਖਲੋਤਾ ਹੋਇਆ ਪਰਮਾਤਮਾ ਨਜ਼ਰ ਆ ਜਾਏਗਾ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਅਸੀਂ ਆਪਣੇ ਅੰਦਰੋਂ ਅਹਮ ਦਾ ਤਿਆਗ ਕਰਕੇ ਨਿਮਰਤਾ ਨੂੰ ਧਾਰਨ ਕਰੀਏ, ਤੂੰ ਦਾ ਅਭਿਆਸ ਕਰੀਏ। ਭਾਵ ਜਦੋਂ ਵੀ ਕੋਈ ਗੱਲ ਅਸੀਂ ਕਰੀਏ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਜੇ ਮੇਰੇ ਰਾਹੀਂ ਕੁਛ ਹੋ ਰਿਹਾ ਹੈ, ਮੇਰੇ ਰਾਹੀਂ ਕੁਛ ਕਰਵਾਇਆ ਜਾ ਰਿਹਾ ਹੈ, ਤੇ ਇਹ ਸਭ ਪਰਮਾਤਮਾ ਦੀ ਕਿਰਪਾ ਹੈ, ਮੈਂ ਨਹੀਂ ਕੁਛ ਕਰ ਰਿਹਾ। ਸੋ ਜਿੱਦਣ ਇਹੋ ਜਿਹੀ ਭਾਵਨਾ ਅੰਦਰੋਂ ਬਣੇਗੀ, ਉੱਤੋਂ ਨਹੀਂ, ਉੱਤੋਂ ਤੇ ਮੈਂ ਆਖ ਦਿੱਤਾ ਹੈ, ਪਰ ਇਹ ਭਾਵਨਾ ਅੰਦਰੋਂ ਬਣੇ। ਜਿਸ ਦਿਨ ਅੰਦਰੋਂ ਭਾਵਨਾ ਬਣੇਗੀ ਉਸ ਦਿਨ ਤੂੰ ਸਾਹਮਣੇ ਹੋਏਗਾ, ਮੈਂ ਮਿਟ ਗਈ ਹੋਏਗੀ। ਜਿੰਨਾ ਚਿਰ ਅੰਦਰੋਂ ਇਹ ਭਾਵਨਾ ਨਹੀਂ ਬਣਦੀ ਉਹਨਾਂ ਚਿਰ ਤੂੰ ਭਾਵੇਂ ਸਾਹਮਣੇ ਹੀ ਹੋਵੇ, ਉਹ ਨਜ਼ਰ ਨਹੀਂ ਆਉਂਦਾ, ਕਿਉਂਕਿ ਅੱਖਾਂ ਦੇ ਉੱਤੇ ਅਹਮ ਦੀ ਪੱਟੀ ਚੜੀ ਹੋਈ ਏ। ਮੋਹੇ ਮਿਲਿਓ ਪ੍ਰਭ ਆਪਣਾ, ਕਬੀਰ ਸਾਹਿਬ ਆਖਦੇ ਨੇ, ਜਿਸ ਦਿਨ ਅਹਮ ਮਿਟਿਆ ਸੀ ਉਸੇ ਦਿਨ ਹੀ ਜ਼ਿੰਦਗੀ ਵਿੱਚ ਆਨੰਦ ਬਣ ਗਿਆ ਤੇ ਮੈਨੂੰ ਆਪਣਾ ਪ੍ਰਭੂ ਮਿਲ ਗਿਆ। ਹੁਣ ਮੇਰੇ ਜਿਹੜੇ ਗਿਆਨ ਇੰਦਰੇ ਨੇ ਇਹ ਮੇਰੇ ਸਹਿਯੋਗੀ ਬਣ ਗਏ ਨੇ, ਸਗੋਂ ਇਹ ਮੇਰਾ ਹੁਣ ਪ੍ਰਭੂ ਦੀ ਬੰਦਗੀ ਵਿੱਚ ਮੇਰਾ ਸਾਥ ਦਿੰਦੇ ਨੇ, ਕੋਈ ਅੜਚਨ ਨਹੀਂ ਖੜੀ ਕਰਦੇ। ਸੋ ਭਗਤ ਕਬੀਰ ਸਾਹਿਬ ਜੀ ਨੇ ਇਹਨਾਂ 3 ਸ਼ਲੋਕਾਂ ਵਿੱਚ ਸਾਨੂੰ ਬੜੇ ਪਿਆਰ ਨਾਲ ਇਹ ਬਚਨ ਸਮਝਾ ਦਿੱਤੇ ਨੇ ਕਿ ਜਿੰਨਾ ਚਿਰ ਮਨੁੱਖ ਪ੍ਰਭੂ ਦਾ ਨਾਮ ਮਨ ਵਿੱਚ ਨਹੀਂ ਵਸਾਉਂਦਾ, ਉੱਤੋਂ ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰੀ ਫਿਰੇ, ਅੰਦਰ ਇਹਦੇ ਵਿਕਾਰਾਂ ਦੀ ਕਾਲਖ ਹੀ ਟਿਕੀ ਰਹਿੰਦੀ ਹੈ। ਫਿਰ ਦੱਸਿਆ ਕਿ ਜਿੰਨਾ ਚਿਰ ਮਨੁੱਖ ਜੀਵਤ ਭਾਵ ਤੋਂ ਮਰ ਨਹੀਂ ਜਾਂਦਾ, ਅਹਮ ਦਾ ਤਿਆਗ ਨਹੀਂ ਕਰਦਾ, ਉਹਨਾਂ ਚਿਰ ਪਰਮਾਤਮਾ ਦੇ ਗੁਣਾਂ ਵਿੱਚ ਇਹ ਰਵ ਨਹੀਂ ਜਾਂਦਾ। ਜਿਸ ਦਿਨ ਅਹਮ ਮਰੇਗਾ ਉਸੇ ਦਿਨ ਇਸ ਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਇਹਦੇ ਸੰਗੀ ਗਿਆਨ ਇੰਦਰੇ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾਣਗੇ। ਜਿਵੇਂ ਜਿਵੇਂ ਮਨੁੱਖ ਆਪਣੇ ਗਿਆਨ ਇੰਦਰੀਆਂ ਸਮੇਤ, ਕਰਮ ਇੰਦਰੀਆਂ ਸਮੇਤ ਪ੍ਰਭੂ ਦੀ ਭਗਤੀ ਵਿੱਚ ਜੁੜੇਗਾ, ਇਹਦਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣ ਜਾਏਗਾ। ਅੱਜ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।